ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਖੁਸ਼ੀ ਅਰੋੜਾ ਤੇ ਤੁਸੀਂ ਵੇਖ ਰਹੇ ਹੋ ਹਮਦਰਦ ਟੀਵੀ। ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਜੀਐਸਟੀ ਰਿਬੇਟ ਦੇ ਬਾਰੇ, ਜੋ ਕਿ 5 ਜੂਨ ਨੂੰ ਆਲਰੇਡੀ ਕਈ ਲੋਕਾਂ ਦੇ ਅਕਾਊਂਟਸ ਵਿੱਚ ਆ ਚੁੱਕੀ ਹੈ। ਤੇ ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਨੇ, ਮੈਂ ਤੁਹਾਨੂੰ ਦੱਸਦਾ ਕਿ ਆਨਰੇਬਲ ਰੂਬੀ ਸਹੋਤਾ ਜੀ, ਸੈਕਟਰੀ ਆਫ ਸਟੇਟ ਫॉर ਕੰਬੈਟਿੰਗ ਕ੍ਰਾਈਮ ਅਤੇ ਬਰੈਂਪਟਨ ਨਾਰਥ ਕੈਲੇਡਨ ਤੋਂ ਮੈਂਬਰ ਆਫ ਪਾਰਲੀਮੈਂਟ। ਰੂਬੀ ਮੈਮ, ਮੈਂ ਤੁਹਾਡਾ ਸਵਾਗਤ ਕਰਦੀ ਹਾਂ ਹਮਦਰਦ ਟੀਵੀ ਤੇ। Sat Shri Akal ji, thank you so much for having me on your program. ਯੈਸ ਮੈਮ, ਜਿਵੇਂ ਕਿ ਮੈਂ ਸ਼ੁਰੂਆਤ ਵਿੱਚ ਹੀ ਕਿਹਾ ਕਿ ਗਰੋਸਰੀ ਰਿਬੇਟ ਬਾਰੇ ਗੱਲ ਕਰਾਂਗੇ, ਜੋ ਕਿ ਕੈਨੇਡਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਨਾਉਂਸ ਕੀਤਾ ਸੀਗਾ ਕਿ ਮਹਿੰਗਾਈ ਜਿਵੇਂ ਵੱਧ ਰਹੀ ਹੈ ਤਾਂ ਉਸ ਨੂੰ ਉਹ ਠੱਲ ਪਾਉਣ ਲਈ ਕੁਝ ਨਵੇਂ ਚੀਜ਼ਾਂ ਐਲਾਨ ਕੀਤੀਆਂ ਗਈਆਂ, ਜਿਸ ਦੇ ਵਿੱਚੋਂ ਗਰੋਸਰੀ ਰਿਬੇਟ ਇੱਕ ਸੀਗੀ। ਸੋ ਮੈਂ ਚਾਹੂੰਗੀ ਕਿ ਤੁਸੀਂ ਦਰਸ਼ਕਾਂ ਨੂੰ ਦੱਸੋ ਆਸਾਨ ਸ਼ਬਦਾਂ ਵਿੱਚ ਕਿ ਜਿਹੜੀ ਇਹ ਗਰੋਸਰੀ ਐਸੈਂਸ਼ੀਅਲਸ ਬੈਨੀਫਿਟ ਸਕੀਮ ਹੈਗੀ ਹੈ, ਇਹ ਕੀ ਹੈ? ਹਾਂਜੀ, ਮੈਂ ਇਨਫੋਰਮ ਕਰਨਾ ਚਾਹੁੰਦੀ ਹੈਗੀ ਆ ਸਾਰਿਆਂ ਨੂੰ ਵੀ ਤਕਰੀਬਨ 12 ਮਿਲੀਅਨ ਕੈਨੇਡੀਅਨਸ ਨੇ ਜਿਨ੍ਹਾਂ ਨੂੰ ਇਹ ਰੀਬੇਟ ਜਿਹੜਾ ਗਰੋਸਰੀਜ਼ ਐਂਡ ਐਸੈਂਸ਼ੀਅਲਸ ਬੈਨੀਫਿਟ ਹੈਗਾ ਆ ਉਹਨਾਂ ਦੇ ਅਕਾਊਂਟਸ ਦੇ ਵਿੱਚ ਫਰਾਈਡੇ ਡਿਪੋਜ਼ਿਟ ਹੋਇਆ ਹੈਗਾ ਸੀ। ਸੋ ਜਿਨ੍ਹਾਂ ਨੇ ਆਪਦੇ ਅਕਾਊਂਟ ਚੈੱਕ ਨਹੀਂ ਕੀਤੇ ਹੈਗੇ ਤੇ ਉਹਨਾਂ ਨੂੰ GST HST ਕ੍ਰੈਡਿਟ ਮਿਲਦਾ ਹੈਗਾ ਆ, ਉਹ ਆਪਦੇ ਅਕਾਊਂਟਸ ਜ਼ਰੂਰ ਚੈੱਕ ਕਰਨ ਕਿਉਂਕਿ ਗਵਰਨਮੈਂਟ ਆਫ ਕੈਨੇਡਾ ਵੱਲੋਂ ਉਹਨਾਂ ਨੂੰ ਇੱਕ ਵਨ ਟਾਈਮ ਟੌਪ ਅਪ ਮਿਲ ਰਿਹਾ ਹੈਗਾ ਆ। ਤਕਰੀਬਨ ਫੈਮਿਲੀ ਆਫ 4 ਨੂੰ $533 ਮਿਲ ਸਕਦੇ ਹੈਗੇ ਆ ਪਿਛਲੇ ਫਰਾਈਡੇ, and a single person could receive up to $267 in their account last Friday. But it all depends ਤੁਹਾਡੀ ਇਨਕਮ ਤੇ ਤੁਹਾਡੀ ਫੈਮਿਲੀ ਸਾਈਜ਼ ਤੇ ਡਿਪੈਂਡ ਕਰਦਾ ਹੈਗਾ ਆ। ਜੇ ਤੁਸੀਂ ਆਪਣੇ 2024 ਵਾਲੇ ਟੈਕਸਿਸ ਭਰੇ ਸੀਗੇ ਤੇ ਪਿਛਲੇ ਜਨਵਰੀ ਦੇ ਵਿੱਚ ਤੁਹਾਨੂੰ GST ਦਾ ਕ੍ਰੈਡਿਟ ਆਇਆ ਸੀਗਾ, ਦੈਨ ਤੁਸੀਂ ਇਸ ਕ੍ਰੈਡਿਟ ਲਈ ਵੀ ਐਲੀਜੀਬਲ ਹੈਗੇ ਹੋ। ਇਹ ਇਨਹੈਂਸਡ ਬੈਨੀਫਿਟ ਹੈਗਾ, ਮਤਲਬ ਜਿੰਨਾ ਤੁਹਾਨੂੰ GST ਦਾ ਆਮ ਮਿਲਦਾ ਹੈਗਾ ਉਸ ਤੋਂ 50% ਵੱਧ ਹੈਗਾ ਆ, ਐਂਡ ਅਗਲੇ 5 ਸਾਲ ਲਈ ਅਸੀਂ 25% ਵੱਧ ਦਿੰਦੇ ਰਹਾਂਗੇ। ਸੋ ਜਿਹੜੇ ਰੈਗੂਲਰ ਕ੍ਰੈਡਿਟ ਟਾਈਮਸ ਹੈਗੇ ਨੇ, ਜਿਸ ਤਰ੍ਹਾਂ ਜਨਵਰੀ, ਜੁਲਾਈ, ਅਕਤੂਬਰ ਦੇ ਵਿੱਚ ਜਦੋਂ GST ਮਿਲਦੀ ਹੈਗੀ ਆ, ਉਹਦੇ ਵਿੱਚ ਸਾਨੂੰ 25% ਵਾਧਾ ਹੋਊਗਾ। ਇਸ ਵਨ ਟਾਈਮ ਲਈ ਜਿਹੜਾ ਪਿਛਲੇ ਫਰਾਈਡੇ ਆਇਆ ਹੈ 50% ਐਂਡ ਮੂਵਿੰਗ ਫੋਰਵਰਡ ਫॉर 5 years 25%। ਸੋ ਇਹ ਜਿਹੜਾ ਇੱਕ ਅਸਿਸਟੈਂਸ ਹੈਗੀ ਆ ਲੋਕਾਂ ਲਈ, ਸਪੈਸ਼ਲੀ ਉਹ ਲੋਕਾਂ ਲਈ ਜਿਹੜੇ ਸਭ ਤੋਂ ਜ਼ਿਆਦਾ ਔਖੇ ਟਾਈਮ ਦੇ ਥਰੂ ਲੰਘ ਰਹੇ ਹੈਗੇ ਆ, ਜਿਨ੍ਹਾਂ ਦੀ ਲੋਅਰ ਇਨਕਮ ਹੈਗੀ ਆ ਐਂਡ ਕਾਸਟ ਜਿਹੜੇ ਹੈਗੇ ਆ ਗਰੋਸਰੀ ਦੇ ਬਹੁਤ ਵਧੇ ਹੋਏ ਹੈਗੇ ਨੇ। ਮੀਨ ਟਾਈਮ ਇਹ ਸਾਡਾ obviously ਇਹ ਸਾਡਾ ਲੌਂਗ ਟਰਮ ਸੋਲੂਸ਼ਨ ਤਾਂ ਨਹੀਂ ਹੈਗਾ, ਇੱਕ ਸ਼ੋਰਟ ਟਰਮ ਸੋਲੂਸ਼ਨ ਹੈਗਾ ਸੋ ਦੈਟ ਲੋਕਾਂ ਨੂੰ ਥੋੜੀ ਰਾਹਤ ਮਿਲ ਸਕੇ while we're dealing with the larger picture. And so ਇੱਕ ਤਾਂ ਆਪਣੇ ਜਿਹੜੇ ਸਪਲਾਈ ਚੇਨਸ ਹੈਗੇ ਨੇ ਉਹ ਬਹੁਤ ਡਿਸਰਪਟ ਹੋਏ ਹੈਗੇ ਨੇ since COVID-19, ਐਂਡ ਉਸ ਤੋਂ ਬਾਅਦ ਜਦੋਂ ਟੈਰਿਫਸ ਲੱਗੇ ਹੈਗੇ ਨੇ ਯੂਨਾਈਟਿਡ ਸਟੇਟਸ ਵੱਲੋਂ, ਉਦੋਂ ਫਿਰ ਉਸ ਤੋਂ ਵੀ ਜ਼ਿਆਦਾ ਇੰਪੈਕਟਸ ਪਏ ਹੈਗੇ ਨੇ ਸਪਲਾਈ ਚੇਨ ਤੇ ਬਾਕੀ ਜੋ ਗਲੋਬਲ ਕੌਨਫਲਿਕਟਸ ਚੱਲ ਰਹੇ ਹੈਗੇ ਨੇ ਉਹਦੇ ਨਾਲ ਵੀ ਆਪਾਂ ਦੇਖਿਆ ਹੈਗਾ ਕਾਸਟ ਆਫ ਗੈਸ ਵੀ ਅਪ ਗਈ ਹੈਗੀ ਆ, ਐਂਡ ਉਸ ਦੇ ਰਿਜ਼ਲਟ ਨਾਲ ਹੋਰ ਵੀ ਚੀਜ਼ਾਂ ਤੇ ਮਹਿੰਗਾਈ ਵਧੀ ਹੋਈ ਹੈਗੀ ਆ। ਸੋ ਉਹ ਗਲੋਬਲ ਫੈਕਟਰਸ ਕਈ ਵਾਰ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੈਗੇ, ਪਰ ਇਹ ਸਾਡੇ ਕੰਟਰੋਲ ਦੇ ਵਿੱਚ ਹੈ ਵੀ ਅਸੀਂ ਆਪਣੇ ਕੈਨੇਡੀਅਨਸ ਨੂੰ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੈਗੀ ਆ ਇਸ ਟਾਈਮ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹੈਗੇ ਆ। ਬਟ ਐਟ ਦ ਸੇਮ ਟਾਈਮ ਵੀ ਆਰ as you've seen many announcements ਵੀ ਅਸੀਂ ਡਿਵਰਸਿਫਾਈ ਕਰ ਰਹੇ ਹਾਂ ਆਪਣੀ ਟ੍ਰੇਡ ਨੂੰ। ਇੱਥੇ ਵੀ ਜਿਹੜੀ ਕੰਪਨੀਜ਼ ਨੂੰ ਸਪਲਾਈ ਚੇਨਸ ਦੇ ਵਿੱਚ ਡਿਸਰਪਸ਼ਨ ਹੋਈ ਆ ਉਹਨਾਂ ਨੂੰ ਵੀ ਮਦਦ ਦਿੱਤੀ ਜਾ ਰਹੀ ਹੈਗੀ ਆ, ਸੋ ਦੈਟ ਉਹ ਜਿਹੜਾ ਕਾਸਟ ਹੈਗਾ ਆ ਉਹ ਕੰਜ਼ਿਊਮਰ ਨੂੰ ਟ੍ਰਾਂਸਫਰ ਨਾ ਕਰਨ। ਗ੍ਰੀਨ ਹਾਊਸਿਸ ਲਈ ਵੀ ਟੈਕਸ ਇਨਸੈਂਟਿਵਸ ਦਿੱਤੇ ਜਾ ਰਹੇ ਹੈਗੇ ਨੇ ਸੋ ਦੈਟ ਅਸੀਂ ਆਪਣੇ ਹੀ ਮੁਲਕ ਦੇ ਵਿੱਚ ਵੱਧ ਚੀਜ਼ਾਂ ਪ੍ਰੋਡਿਊਸ ਕਰ ਸਕੀਏ ਐਗਰੀਕਲਚਰ ਤੋਂ। So because we don't have the right seasons necessarily for all items, I think greenhousing will help quite a bit. ਇਸ ਦੇ ਨਾਲ ਅਸੀਂ ਨੈਸ਼ਨਲ ਫੂਡ ਸਕੂਲ ਫੂਡ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈਗਾ, ਜਿਹੜਾ ਤਕਰੀਬਨ 4 ਲੱਖ ਬੱਚਿਆਂ ਦੀ ਮਦਦ ਕਰਦਾ ਹੈਗਾ ਆ। And so there are many other things we're doing, and of course ਪਿਛਲੇ ਹਫਤੇ ਤੁਸੀਂ ਦੇਖਿਆ ਹੈਗਾ ਵੀ ਸਾਡੇ ਮਿਨਿਸਟਰਸ ਵਾਸ਼ਿੰਗਟਨ DC ਫਿਰ ਗਏ ਸੀਗੇ ਤੇ ਕੁਜ਼ਮਾ ਦੀਆਂ ਜਿਹੜੀਆਂ ਰੀਨੇਗੋਸ਼ੀਏਸ਼ਨ ਹੋ ਰਹੀ ਹੈਗੀ ਆ ਉਹਦੀ ਵੀ ਗੱਲਬਾਤ ਚੱਲ ਰਹੀ ਹੈਗੀ, and we are working hard to get the best deal for Canada.
so that ਜਿਹੜੇ ਇਹ costs ਹੈਗੇ ਨੇ ਇਹ ਕੁਛ ਟਾਈਮ ਬਾਅਦ ਇਹ costs ਫਿਰ ਮੁੜ ਕੇ ਜੋ ਵਾਪਸ reasonable area ਦੇ ਵਿੱਚ ਆ ਸਕਣ so that's some of this announcement and I think ਸਭ ਤੋਂ ਜ਼ਰੂਰੀ ਇਹੀ ਹੈਗਾ ਆ ਵੀ make sure you check your accounts. This is extra help for you and I think it's really important ਕਿਉਂਕਿ ਜਿਹੜੇ ਖਾਸ ਕਰਕੇ seniors ਨੇ I know mostly ਆਪਣੇ ਜਿਹੜੇ seniors ਹੈਗੇ ਆ ਉਹਨਾਂ ਨੂੰ ਇਹ benefit ਮਿਲੂਗਾ ਤੇ ਉਹਨਾਂ ਦੇ ਵੀ ਕਾਫੀ assistance ਹੋ ਜਿਹੜੇ youth ਨੇ ਉਹਨਾਂ ਨੂੰ ਵੀ ਇਹ benefit ਮਿਲੂਗਾ I know I used to get it when I was younger and a student and it was really helpful. ਜਿਵੇਂ ਤੁਸੀਂ ਗੱਲ ਕੀਤੀ ਕਿ ਕਾਫੀ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਲਈ ਇਹ ਜਿਹੜੀ ਸਕੀਮ ਹੈ ਗ੍ਰੋਸਰੀ ਰਿਬੇਟ ਉਹ ਦਿੱਤੀ ਜਾ ਰਹੀ ਹੈ ਕਿ ਨੈਕਸਟ 5 ਇਅਰਸ ਤੱਕ ਇਸ ਨੂੰ ਚਲਾਇਆ ਜਾਏਗਾ ਬਟ ਕਾਫੀ ਕ੍ਰਿਟਿਕਸ ਨੇ ਤੇ ਕਾਫੀ ਲੋਕਾਂ ਨੇ ਇਹ ਕਿਹਾ ਹੈ ਕਿ ਇਹ ਜਿਹੜੀ ਸਕੀਮ ਹੈ 12 ਮਿਲੀਅਨ ਲੋਕਾਂ ਨੂੰ ਟਾਰਗੇਟ ਕਰਦੀ ਹੈ ਕਰੈਕਟ ਮੀ ਇਫ ਆਮ ਰੋਂਗ ਬਟ ਸਾਡੇ ਇੱਥੇ ਬਰੈਂਪਟਨ ਵਿੱਚ ਓਨਟਾਰੀਓ ਵਿੱਚ ਉਸ ਤੋਂ ਵੱਧ ਲੋਕ ਰਹਿੰਦੇ ਨੇ ਬਟ ਉਹਨਾਂ ਨੂੰ ਇਹ ਫਾਇਦਾ ਨਹੀਂ ਪਹੁੰਚ ਰਿਹਾ ਹੈਗਾ ਫੋਰ ਐਗਜ਼ਾਮਪਲ ਜਿਹੜੇ ਲੋਕ ਨੇ ਇਨਕਮ ਜਿਨ੍ਹਾਂ ਦੀ ਜ਼ਿਆਦਾ ਹੈ ਬਿਕੋਜ਼ ਗਰੋਸਰੀਜ਼ ਉਹ ਵੀ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਬਟ ਉਹਨਾਂ ਨੂੰ ਇਹ ਜਿਹੜੀ ਸਕੀਮ ਹੈ ਉਹ ਫਾਇਦਾ ਕਿਉਂ ਨਹੀਂ ਦੇ ਪਾ ਰਹੀ ਹੈਗੀ so ਇਹਦਾ ਜਿਹੜਾ ਮੇਨ ਕੰਸਲਟੇਸ਼ਨਸ ਵੀ ਜਦੋਂ ਹੋਈਆਂ ਸੀਗੀਆਂ ਜਦੋਂ ਐਡਵਾਈਸ ਮਿਲੀ ਸੀ ਜਿਹੜੀਆਂ ਫੂਡ ਬੈਂਕਸ ਤੇ ਲਾਈਨਸ ਲੱਗ ਰਹੀਆਂ ਹੈਗੀਆਂ ਨੇ ਜਿਹੜੇ ਲੋਕ ਖਾਣੇ ਤੋਂ ਬਿਨਾਂ ਜਾ ਰਹੇ ਹੈਗੇ ਨੇ we're trying to target those people to make sure ਵੀ ਕੈਨੇਡਾ ਦੇ ਵਿੱਚ ਕੋਈ ਵੀ ਭੁੱਖਾ ਨਾ ਜਾਵੇ ਐਂਡ ਹਰ ਇੱਕ ਬੰਦੇ ਕੋਲ ਇੰਨੀ ਕੁ assistance ਉਹਨਾਂ ਕੋਲ ਹੋਵੇ ਵੀ ਉਹ they don't have to worry about where their next meal is coming from so that is why ਇਹ assistance targeted ਹੈਗੀ ਆ the limited time ਲਈ ਹੈਗੀ ਆ while we work on other things but that doesn't mean ਵੀ ਹੋਰ different supports ਨਹੀਂ ਹੈਗੇ ਜਿਹੜੇ Canadians ਨੂੰ ਦਿੱਤੇ ਗਏ ਹੈਗੇ ਅਸੀਂ ਜਿਹੜਾ lowest income tax bracket ਹੈਗਾ ਆ ਉਹ ਵੀ 15 ਤੋਂ 14% ਘਟਾਇਆ ਸੀਗਾ ਆ that affects 22 million Canadians and there are other benefits that we provide families ਜਿਹੜਾ Canada Child Benefit ਆ ਉਹ ਵੀ increase ਹੋ ਕੇ ਹਰ ਇੱਕ ਸਾਲ ਦਿੱਤਾ ਜਾਂਦਾ ਹੈਗਾ ਆ so that is the purpose of this benefit is that so we can take pressure off of food banks and make sure that everyone has enough to eat. Okay. One more ਜਿਹੜਾ ਇੱਕ ਹੋਰ ਕ੍ਰਿਟਿਕਸ ਕਹਿੰਦੇ ਨੇ ਕਿ ਐਜ਼ ਯੂ ਸੈਡ ਤੁਸੀਂ ਵੀ ਕਿਹਾ ਕਿ ਇੱਕ ਟੈਂਪਰੇਰੀ ਸੋਲਿਊਸ਼ਨ ਹੈ ਇਹ ਲੌਂਗ ਟਰਮ ਸੋਲਿਊਸ਼ਨ ਨਹੀਂ ਹੈ ਤਾਂ ਕਾਫੀ ਜਾਨਣਾ ਚਾਹੁੰਦੇ ਨੇ ਕਿ ਜੇ ਇਹ ਟੈਂਪਰੇਰੀ ਸੋਲਿਊਸ਼ਨ ਹੈ ਤਾਂ ਸਰਕਾਰ ਵੱਲੋਂ ਕਿਹੜਾ ਲੌਂਗ ਟਰਮ ਸੋਲਿਊਸ਼ਨ ਲੈ ਕੇ ਆਇਆ ਜਾ ਰਿਹਾ ਬਿਕੋਜ਼ ਜਿਹੜੀ ਵੱਧਦੀ ਮਹਿੰਗਾਈ ਹੈ ਜਿਵੇਂ ਗਰੋਸਰੀ ਹੈ ਬੜੀ ਬੇਸਿਕ ਨੈਸੈਸਿਟੀਜ਼ ਨੇ ਉਹ ਫੈਮਲੀਜ਼ ਨੂੰ ਔਖਾ ਹੋਇਆ ਪਿਆ ਅਫੋਰਡ ਕਰਨੀਆਂ ਸੋ ਵਾਟ ਇਜ਼ ਦ ਲੌਂਗ ਟਰਮ ਸੋਲਿਊਸ਼ਨ ਲੋਕਾਂ ਲਈ ਦੇਖੋ ਲੌਂਗ ਟਰਮ ਸੋਲਿਊਸ਼ਨਸ ਹੈਗੇ ਆ ਟੂ ਰੀਨੇਗੋਸ਼ੀਏਟ CUSMA, which I was talking about, diversify our supply chains and our trade agreements to make sure we ithe apne farmers nu assist kar sakiye through other tax incentives ਉਹ ਵੀ ਇਸ ਦੇ ਵਿੱਚ provide ਕੀਤੇ ਜਾ ਰਹੇ ਹੈਗੇ ਨੇ ਪਿਛਲੇ ਬਜਟ ਦੇ ਵਿੱਚ ਵੀ ਸੀਗੇ and ਇਸ spring economic statement ਦੇ ਵਿੱਚ ਵੀ measures provide ਕੀਤੇ ਗਏ ਹੈਗੇ ਨੇ but while we're doing these things this is assistance in the meantime and ਜਿਹੜੀ food inflation ਹੈਗੀ ਆ ਇਹ ਸਿਰਫ ਕੈਨੇਡਾ ਦੇ ਵਿੱਚ ਨਹੀਂ ਹੋਈ ਹੈਗੀ what we're seeing in India ਇਸ ਤੋਂ ਵੀ ਵੱਧ higher food inflation ਹੈਗੀ ਆ ਇਸ ਵਕਤ ਅਮਰੀਕਾ ਵੀ ਇਸ ਦੇ ਥਰੂ ਲੰਘ ਰਿਹਾ ਹੈਗਾ ਤਕਰੀਬਨ ਸਾਰੇ ਹੀ ਮੁਲਕ ਜਿੰਨੇ ਵੀ ਤੁਸੀਂ ਦੇਖੋ supply chains ਦੀ ਕਾਫੀ problem ਆਈ ਹੈਗੀ ਆ and so while we're working on those things this is support in the meantime that doesn't mean ਜਿਵੇਂ ਜਿਹੜਾ ਖੁਸ਼ੀ ਤੁਹਾਡਾ ਪਹਿਲਾ question ਸੀਗਾ be impact grocery store ਤੇ ਸਾਰਿਆਂ ਨੂੰ ਹੀ ਪੈਂਦਾ ਹੈਗਾ of course when I go to grocery shopping or anyone I know goes grocery shopping they are feeling it ਉਹਦੇ ਨਾਲ ਆਪਾਂ ਕਈ ਵਾਰ ਆਪਾਂ ਨੂੰ decisions ਬਣਾਉਣੇ ਪੈਂਦੇ ਹੈਗੇ ਆ ਕਈ ਵਾਰ ਆਪਾਂ ਕੁਛ ਚੀਜ਼ eliminate ਕਰ ਦਿੰਦੇ ਆ different brands ਲੈਂਦੇ ਹੈਗੇ ਆ ਥੋੜਾ ਧਿਆਨ ਨਾਲ ਦੇਖਦੇ ਹੈਗੇ ਆ ਵੀ ਕਿਹੜੀ ਚੀਜ਼ ਚਾਹੀਦੀ ਹੈਗੀ ਆ ਕਿੱਥੇ waste ਹੋ ਰਿਹਾ ਹੈਗਾ ਆ so those are tough decisions that Canadians are having to make but we want to make sure in the meantime that ਜਿਹੜੇ ਸਭ ਤੋਂ lowest income ਵਾਲੇ ਹੈਗੇ ਨੇ ਉਹਨਾਂ ਨੂੰ ਇਹ assistance ਮਿਲਦੀ ਹੈਗੀ ਆ and it's actually not even that low ਤੁਸੀਂ gradual scale ਹੈਗਾ ਆ ਜਿਹੜਾ GST credit ਦਾ ਹੈਗਾ ਆ and so ਕਾਫੀ ਲੋਕ ਹੈਗੇ ਆ ਜਿਹੜੇ ਬੱਚਿਆਂ ਵਾਲੇ ਹੈਗੇ ਨੇ ਜਿਨ੍ਹਾਂ ਨੂੰ ਮਿਲ ਰਹੇ ਹੈਗੇ ਨੇ ਇਹ credit ਬਹੁਤ single ਲੋਕ ਹੈਗੇ ਨੇ and so there are many working people that do receive this credit ਤੁਸੀਂ ਵੀ ਕਾਫੀ ਨੂੰ ਜਾਣਦੇ ਹੋਵੋਗੇ I know ਮੇਰੀ ਰਾਈਡਿੰਗ ਚ ਬਹੁਤ ਰਹਿੰਦੇ ਹੈਗੇ
ਜੀ, ਥੈਂਕ ਯੂ ਫॉर ਆਂਸਰਿੰਗ ਇਟ, ਕਿਉਂਕਿ ਮੈਨੂੰ ਲੱਗਦਾ ਕਾਫੀ ਲੋਕੀ ਇਹ ਸਮਝਦੇ ਨੇ ਕਿ ਇਹ ਕਿਤੇ ਨਾ ਕਿਤੇ ਮਤਲਬ ਇੱਕ ਪੋਜ਼ਿਟਿਵ ਫੀਡਬੈਕ ਵੀ ਸਾਨੂੰ ਲੋਕਾਂ ਤੋਂ ਮਿਲ ਰਿਹਾ ਹੈ ਕਿ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਸਰਕਾਰ ਵੱਲੋਂ ਸਾਡੀ ਮਦਦ ਕਰਨ ਲਈ। ਗਰੋਸਰੀ ਸਪੈਸ਼ਲੀ ਲੋਕ ਖੁਸ਼ ਹੋ ਰਹੇ ਨੇ ਕਿ ਉਹਨਾਂ ਦੀ ਗਰੋਸਰੀ ਵਿੱਚ ਸੇਵਿੰਗਸ ਹੋਣਗੀਆਂ ਇਸ ਸਾਲ। ਇਸ ਦੇ ਨਾਲ ਹੀ ਇੱਕ ਹੋਰ ਵੀ ਸਵਾਲ ਮਨ ਵਿੱਚ ਉੱਠਦਾ ਹੈ ਕਿ ਜੇ ਸਾਨੂੰ ਗਰੋਸਰੀ ਰਿਬੇਟ ਦਿੱਤੀ ਜਾ ਰਹੀ ਹੈ ਤੇ ਪਰ ਜਿਹੜੀ ਅਸੀਂ ਚੀਜ਼ਾਂ ਖਰੀਦ ਰਹੇ ਹਾਂ, ਗਰੋਸਰੀ ਤੋਂ ਜਾ ਕੇ ਖਰੀਦ ਰਹੇ ਹਾਂ, ਪ੍ਰੋਡਕਟਸ ਖਰੀਦ ਰਹੇ ਹਾਂ, ਸਬਜ਼ੀਆਂ ਖਰੀਦ ਰਹੇ ਹਾਂ, ਉਹਨਾਂ ਦੇ ਜਿਹੜੇ ਪ੍ਰਾਈਸਿਸ ਨੇ ਉਹ ਕਾਫੀ ਵੱਧ ਚੁੱਕੇ ਨੇ। ਕਿ ਸਰਕਾਰ ਉਹਨਾਂ ਨੂੰ ਵੀ ਘਟਾਉਣ ਵਿੱਚ ਕੁਛ ਕਰੇਗੀ ਕਿ ਗਰੋਸਰੀ ਰਿਬੇਟ ਜਿਹੜਾ ਤੁਸੀਂ ਕਿਹਾ ਕਿ ਇਟਸ ਅ ਟੈਂਪਰੇਰੀ ਸੋਲਿਊਸ਼ਨ ਐਂਡ ਆਫ ਕੋਰਸ ਅ ਲੌਂਗ ਟਰਮ ਸੋਲਿਊਸ਼ਨ ਵੀ ਆਏਗਾ, ਬਟ ਜਿਹੜੇ ਪ੍ਰਾਈਸ ਵੱਧ ਰਹੇ ਆ ਚੀਜ਼ਾਂ ਦੇ ਜਿਵੇਂ ਗੈਸ, ਆਇਲ, ਈਵਨ ਬੇਸਿਕ ਜਿਹੜੀ ਚੀਜ਼ਾਂ ਨੇ, ਸਬਜ਼ੀਆਂ ਨੇ, ਮਸਾਲੇ ਨੇ ਤੇ ਹੋਰ ਕਈ ਚੀਜ਼ਾਂ ਨੇ, ਉਹ ਪ੍ਰਾਈਸ ਵੱਧ ਰਿਹਾ, ਉਸ ਨੂੰ ਕਿਵੇਂ ਕੰਟਰੋਲ ਕੀਤਾ ਜਾਏਗਾ? Yeah, so ਅਸੀਂ fuel excise tax ਦਾ ਵੀ ਉਹਦੇ ਤੇ ਵੀ ਸਸਪੈਂਸ਼ਨ ਲਾਈ ਹੈਗੀ ਆ until Labor Day, and ਉਹਦੇ ਨਾਲ ਵੀ fuel ਦੀ ਪ੍ਰਾਈਸ ਥੋੜੀ ਥੱਲੇ ਆਈ ਹੈਗੀ ਆ। but as you will see that gas prices ਜਿਹੜੀਆਂ ਹੈਗੀਆਂ ਨੇ ਉਹ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਉਹਨਾਂ ਦਾ ਇੰਪੈਕਟ ਪੈਂਦਾ ਹੈਗਾ। ਇਸ ਤਰ੍ਹਾਂ ਹੀ ਗਰੋਸਰੀ ਪ੍ਰਾਈਸਿਸ ਦਾ ਵੀ ਇੰਪੈਕਟ ਪੈਂਦਾ ਹੈਗਾ ਜਦੋਂ ਕੋਈ ਚੀਜ਼ ਦੀ ਸਪਲਾਈ ਘਟ ਜਾਂਦੀ ਹੈਗੀ ਆ, ਜਦੋਂ ਡਰਾਊਟ ਹੁੰਦਾ ਹੈਗਾ ਆ ਜਾਂ ਕਲਾਈਮੇਟ ਚੇਂਜ ਦੇ ਇਸ਼ੂਜ਼ ਹੁੰਦੇ ਹੈਗੇ ਆ। Those are all big factors that affect the prices at our grocery stores. And so ਆਪਣੇ grocery stores ਇੱਥੇ ਕੈਨੇਡਾ ਦੇ ਵਿੱਚ private grocery stores ਹੈਗੇ ਨੇ। We are exploring other ways that we can assist in the meantime. But like I said again, you know, to assist our farmers to make sure that greenhousing ਵਧਾਈ ਜਾ ਸਕੇ ਕੈਨੇਡਾ ਦੇ ਵਿੱਚ, so that ਆਪਣੇ ਜੋ supply chain ਦੇ ਵਿੱਚ ਜੋ ਅਵੇਲੇਬਿਲਿਟੀ ਹੈਗੀ ਆ ਪ੍ਰੋਡਕਟਸ ਦੀ ਉਹ ਵੱਧ ਸਕੇ। ਐਂਡ ਉਹਦੇ ਕਰਕੇ ਹੀ ਨਵੇਂ ਅਗਰੀਮੈਂਟਸ ਵੀ ਸਾਈਨ ਕੀਤੇ ਜਾ ਰਹੇ ਹੈਗੇ ਆ ਹੋਰਾਂ ਮੁਲਕਾਂ ਦੇ ਨਾਲ, ਫ੍ਰੀ ਟ੍ਰੇਡ ਅਗਰੀਮੈਂਟਸ, ਸੋ ਦੈਟ ਇੱਕ ਸਸਤੀ ਪ੍ਰਾਈਸ ਤੇ ਆਪਾਂ ਨੂੰ ਹੋਰ ਪ੍ਰੋਡਕਟਸ ਮਿਲ ਸਕਣ। ਐਂਡ ਸੋ these are all a part of making things more affordable for people in the long run. But you know that takes some time, and so while we're working on that, a grocery rebate ਲੋਕਾਂ ਨੂੰ assist ਕਰਨ ਲਈ ਹੈਗਾ ਆ। ਜੀ, ਤੇ ਮੈਂ ਇਹ ਚਾਹੂੰਗੀ ਕਿ ਜਿਹੜੇ ਲੋਕ ਦੇਖ ਰਹੇ, ਜਿਹੜੇ ਦਰਸ਼ਕ ਦੇਖ ਰਹੇ, ਇਸ ਗੱਲ ਨੂੰ ਸਮਝਣ ਕਿ ਹਮੇਸ਼ਾ ਸਰਕਾਰ ਜਦੋਂ ਵੀ ਕੋਈ ਸਕੀਮ ਲੈ ਕੇ ਆਉਂਦੀ ਹੈ ਤਾਂ ਉਹ ਹਮੇਸ਼ਾ ਤੁਹਾਨੂੰ ਉਹਦੇ ਬੈਨੀਫਿਟਸ ਮਿਲਦੇ ਨੇ, ਤੁਹਾਨੂੰ ਪੋਜ਼ੀਟਿਵ ਹੋਣ ਨੂੰ ਕਹਿੰਦੇ ਨੇ, ਤੁਹਾਡਾ ਇੱਕ ਕਾਈਂਡ ਆਫ ਮਦਦ ਹੋ ਰਹੀ ਹੈ। ਪਰ ਇਹਦੇ ਨਾਲ ਨਾਲ ਕੁਛ ਗਾਈਡੈਂਸ ਤੇ ਕੁਛ ਸਲਾਹ ਵੀ ਜਿਹੜੀ ਹੈ ਮੈਂ ਰੂਪੀ ਸੋਤਾ ਜੀ ਨੂੰ ਕਹੂੰਗੀ ਕਿ ਤੁਸੀਂ ਦਰਸ਼ਕਾਂ ਨੂੰ ਜੋ ਦੇਖ ਰਹੇ ਨੇ ਉਹਨਾਂ ਨੂੰ ਕਿਹੜੀ ਐਡਵਾਈਸ ਦੇਣਾ ਚਾਹੋਗੇ ਕਿ ਅੱਜ ਜਿਹੜੇ ਦੇ ਹਾਲਾਤ ਚੱਲ ਰਹੇ ਨੇ, ਮਹਿੰਗਾਈ ਵੱਧ ਰਹੀ ਹੈ, ਤਾਂ ਕਿਹੜੀ ਕਿਹੜੀ ਚੀਜ਼ਾਂ ਆਪਾਂ ਕਰ ਸਕਦੇ ਹਾਂ ਆਪਣੀ ਸੇਵਿੰਗ ਕਰਨ ਲਈ ਤੇ ਆਪਣੇ ਬਜਟ ਨੂੰ ਇਨ ਚੈੱਕ ਰੱਖਣ ਲਈ? ਹਾਂਜੀ, look, I'm not an expert on that. You know, ਮੈਂ ਲੋਕਾਂ ਦੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚਾਉਂਦੀ ਹੈਗੀ ਆ, but I would say that, you know, listen to your you know, financial managers, and financial literacy बहुत ज़रूरी हुंदी हैगी आ। But I think, you know, that's not really necessarily always the issue here. I know that times are tough, and that's why we're trying to assist through this program and many other different measures so that ਲੋਕਾਂ ਨੂੰ ਉਹ assistance ਦਿੱਤੀ ਜਾਵੇ। But there is good news, I want to say, right, around the corner. ਨਾ ਕਿ ਸਿਰਫ ਇਹ ਜਿਹੜਾ benefit ਹੈਗਾ ਆ, but also ਆਪਾਂ ਮਈ ਦੇ ਵਿੱਚ 88,000 new jobs add ਕੀਤੀਆਂ ਹੈਗੀਆਂ ਨੇ। ਪਿਛਲੇ ਕੁਝ ਮਹੀਨੇ ਦੇ ਵਿੱਚ ਆਪਾਂ job losses ਦੇਖੀਆਂ ਸੀਗੀਆਂ, ਪਰ ਹੁਣ ਦੁਬਾਰਾ ਕੁਝ positive signs ਵੀ ਆ ਰਹੇ ਹੈਗੇ ਨੇ with 88,000 new jobs created, full-time positions, and that is hopefully, you know, putting us on the right path. And I know ਵੀ ਥੋੜਾ ਵਕਤ ਲੱਗੂਗਾ, ਪਰ ਕੁਝ ਕਾਫੀ positive signs ਆ ਰਹੇ ਹੈਗੇ ਆ। IMF ਵੀ ਕਹਿ ਰਹੇ ਹੈਗੇ ਨੇ ਵੀ ਆਪਣੀ ਜਿਹੜੀ economy ਹੈਗੀ ਆ ਕੈਨੇਡਾ ਦੀ, they're forecasting it to be one of the fastest growing in the coming year. And you know, our fiscal picture looks good in comparison to many countries. And jo foreign direct investment ਵੀ ਆਪਣੇ ਮੁਲਕ ਦੇ ਵਿੱਚ ਆ ਰਿਹਾ ਹੈਗਾ ਆ। ਉਸ ਤਰ੍ਹਾਂ ਦਾ ਆਪਾਂ ਪਿਛਲੇ 20 ਸਾਲਾਂ 'ਚ ਨਹੀਂ ਦੇਖਿਆ ਹੈਗਾ ਜਿੰਨਾ foreign direct investment ਹੁਣ ਆ ਰਿਹਾ ਹੈਗਾ ਆ। ਨਵੇਂ projects ਬਣਾਏ ਜਾ ਰਹੇ ਹੈਗੇ ਆ। ਆਪਣੀ electricity grid ਦੀ announcement ਹੋਈ ਹੈਗੀ ਆ, ਪ੍ਰਾਈਮ ਮਿਨਿਸਟਰ ਨੇ ਕੀਤੀ ਸੀਗੀ। ਉਸ ਦੇ ਨਾਲ AI strategy ਦੀ announcement ਵੀ ਹੋਈ ਹੈਗੀ ਆ। You know, and there's many projects that are getting fast tracked. So this is going to spur our economy and economic growth and new jobs. And ਉਸ ਦੇ ਨਾਲ, you know, opportunities ਵਧਣਗੀਆਂ ਲੋਕਾਂ ਲਈ। I know ਕਈ areas ਦੇ ਵਿੱਚ opportunities ਘੱਟ ਰਹੀਆਂ ਹੈਗੀਆਂ ਨੇ। ਆਪਣੀ economy ਇੱਕ transition ਦੇ through ਜਾ ਰਹੀ ਹੈਗੀ ਆ। Global economy is going through a big transition, but we're there to support people
and to assist them through this transition. ਪਰ ਇਸ ਦੇ ਨਾਲ ਜਦੋਂ ਕੋਈ transition ਹੁੰਦਾ ਹੈਗਾ ਆ ਉਹ ਕਾਫੀ ਹਲਚਲ ਹੁੰਦੀ ਹੈਗੀ ਆ ਪਰ ਇੱਕ opportunity ਵੀ ਹੁੰਦੀ ਹੈਗੀ ਆ. So I think Canada is headed towards a better direction with many more opportunities coming in the future. And, in the meantime, just wanted to make sure the ਸਾਰੇ ਲੋਕ ਇਸ benefit ਤੋਂ aware ਹੋਣ and ਉਹਨਾਂ ਨੂੰ ਪਤਾ ਹੋਵੇ ਵੀ ਜੇ ਉਹ eligible ਹੈਗੇ ਨੇ ਉਹ ਕਿਸ ਤਰ੍ਹਾਂ eligible ਜਾਂ ਹੋ ਸਕਦੇ ਹੈਗੇ ਆ ਆਉਣ ਵਾਲੇ time ਲਈ. They just have to make sure ਵੀ ਉਹ ਜੇ ਉਹ tax file ਕਰਦੇ ਹੈਗੇ ਆ ਉਹ automatically assess ਕੀਤੇ ਜਾਣਗੇ ਆਪਣੀ income ਦੇ basis ਤੇ ਇਸ program ਦੇ ਲਈ. So ਜੇ ਇਸ benefit ਲਈ ਜਿਹੜਾ ਮਈ ਦੇ ਵਿੱਚ ਆਇਆ ਹੈਗਾ ਜੂਨ ਦੇ ਵਿੱਚ ਆਇਆ ਹੈਗਾ ਜੇ ਇਸ ਦੇ ਲਈ ਉਹ eligible ਨਹੀਂ ਸੀਗੇ ਹੋ ਸਕਦਾ ਹੈਗਾ ਵੀ 2025 ਵਾਲੀ ਜਿਹੜੀ ਟੈਕਸ ਰਿਟਰਨ ਹੈਗੀ ਆ ਉਹ ਜੇ ਉਸ ਦੇ ਨਾਲ ਉਹ eligible ਬਣ ਜਾਂਦੇ ਹੈਗੇ ਆ then ਉਹਨਾਂ ਨੂੰ ਜੁਲਾਈ ਵਾਲਾ benefit ਮਿਲੂਗਾ and they are going to be reassessed for this next month. And also I don't want to forget to mention that there are many other programs that are helping people across the country. ਜਿਵੇਂ ਆਪਣਾ ਜਿਹੜਾ Canadian dental plan ਹੈਗਾ ਆ that's something ਜੋ ਇਸ country ਦੇ ਵਿੱਚ ਕਦੇ ਹੈ ਨਹੀਂ ਸੀਗਾ and federal government ਨੇ ਲੈ ਕੇ ਆਂਦਾ ਸੀਗਾ just a couple years ago and ਉਸ ਦੇ ਨਾਲ seniors and all age groups now seniors ਤੋਂ ਸ਼ੁਰੂ youth ਤੋਂ ਸ਼ੁਰੂ ਕੀਤਾ ਸੀਗਾ ਪਰ ਹੁਣ ਸਾਰੇ Canadians qualify ਕਰਦੇ ਹੈਗੇ ਆ dental plan ਦੇ ਲਈ ਵੀ. So I would say, Canada is a good country to live in and Canada ਦੇ ਵਿੱਚ ਜ਼ਰੂਰ ਲੋਕ ਮਿਹਨਤ ਕਰਨੀ ਪੈਂਦੀ ਹੈਗੀ ਆ but it's a good place because there is a safety net and there are many opportunities that if you work hard you can succeed and be very successful. ਜੀ ਬਹੁਤ ਧੰਨਵਾਦ ਰੂਪੀ ਸਹੋਤਾ ਜੀ ਸਾਨੂੰ ਆਪਣਾ ਜ਼ਰੂਰੀ ਸਮਾਂ ਦੇਣ ਲਈ ਤੇ ਬਹੁਤ ਜ਼ਰੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ. ਇਸ ਦੇ ਨਾਲ ਹੀ ਮੈਂ ਉਮੀਦ ਕਰਦੀ ਤੁਹਾਨੂੰ ਇਸ ਪ੍ਰੋਗਰਾਮ ਵਿੱਚੋਂ ਬਹੁਤ ਜ਼ਰੂਰੀ ਗੱਲਾਂ ਪਤਾ ਲੱਗੀਆਂ ਹੋਣਗੀਆਂ ਤੇ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ. ਮੇਰਾ ਨਾਮ ਖੁਸ਼ੀ ਅਰੋੜਾ ਹੈ ਤੇ ਤੁਸੀਂ ਵੇਖ ਰਹੇ ਹੋ ਹਮਦਰਦ TV.